ਪ੍ਰਾਕਥਨ। ਇਹ ਵਾਰਤਾਲਾਪ ਕਿਸੇ ਮੁਸਲਮਾਨ ਨਾਲ ਹੋਈ ਜਾਪਦੀ ਹੈ। ਪਦ ਪਦਾਰਥ ਤਦੇ ਅਰਬੀ ਫਾਰਸੀ ਦੇ ਵਰਤੇ ਹਨ। ਇਸ ਦੁਨੀਆ ਨੂੰ ਦੱਸਿਆ ਹੈ ਕਿ ਮੁਕਾਮ ਨਹੀਂ, ਸਦਾ ਠਹਿਰਨੇ ਦਾ ਥਾਉ ਨਹੀਂ। ਫਿਰ ਮੁਕਾਮ ਕਿੱਥੇ ਹੈ? ਲੋਕ ਪ੍ਰਲੋਕ ਕਿਸੇ ਥਾਂ ਨੂੰ ਮੁਕਾਮ ਨਹੀਂ ਮੰਨਿਆ, ਕਿਉਂਕਿ ਮੁਕਾਮ ਪ੍ਰਕਿਰਤੀ ਵਿੱਚ ਹਨ। ਪ੍ਰਕਿਰਤੀ ਵਿੱਚ ਚਾਲ ਹੈ, ਉਹ ਇੱਕ ਸੂਰਤ ਤੋਂ ਬਦਲਦੀ ਚਲਦੀ ਰਹਿੰਦੀ ਹੈ। ਉਸ ਵਿੱਚ ਦੇ ਸਾਰੇ ਹਾਲ ਬਦਲਵੇਂ ਜਾਂ ਚਾਲ ਵਿੱਚ ਹਨ। ਸੋ ਪ੍ਰਕਿਰਤੀ ਤੋਂ ਲੰਘ ਕੇ ਆਤਮਾ ਸਦਾ ਇੱਕ ਰਸ ਹੈ, ਜੁਗ ਜੁਗ ਏਕੋ ਵੇਸ ਹੈ। ਉਸ ਵਿੱਚ ਸਾਰੇ ਜੀਵ ਨਾਮ ਜਪ ਕੇ ਪਹੁੰਚਦੇ ਤੇ ਤਦਰੂਪ ਹੁੰਦੇ ਹਨ। ਤਾਂ ਤੇ ਇਹ ਨਿਹਚਲ ਮਕਾਮ ਆਖਿਆ ਉਹ ਹੈ ਜੋ ਸਦਾ ਥਿਰ ਹੈ, ਤੇ ਉਸ ਵਿੱਚ ਤਦਰੂਪ ਹੋ ਕੇ ਸਦਾ ਥਿਰ ਹੋਈਦਾ ਹੈ। ਉਹ ਸਦਾ ਸਥਿਰਤਾ ਹੈ। ਉਸ ਨੂੰ ਮੁਕਾਮ ਕਹਿਣੇ ਦਾ ਇਹ ਭਾਵ ਹੈ ਜੋ ਇਸ ਸ਼ਬਦ ਵਿੱਚ ਦਰਸਾਇਆ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੈ ਕੀ ਧੋਖ। ਇੱਥੇ ਇਹ ਮੰਨ ਕੇ ਘਰ ਵਿੱਚ ਬੈਠਣਾ ਕਿ ਇਹ ਸਦਾ ਥਿਰ ਦੇ ਰਹਿਣੇ ਦਾ ਠਾਉ ਹੈ, ਭੁੱਲ ਹੈ। ਕਿਉਂਕਿ ਜਦ ਸਦਾ ਇੱਥੋਂ ਚਲੇ ਜਾਣ ਦੀ ਧੁਖ ਧੁਖੀ ਲੱਗ ਰਹੀ ਹੈ, ਤਾਂ ਇਹ ਕਾਹਦਾ ਮੁਕਾਮ ਹੋਇਆ? ਮੁਕਾਮ ਤਾ ਪਰ ਜਾਣੀਐ, ਜਾ ਰਹਿ ਨਿਹਚਲ ਲੋਕ। ਮੁਕਾਮ ਤਾਂ ਇਸ ਥਾਉ ਨੂੰ ਤਦ ਪੱਕਾ ਜਾਣਨਾ ਚਾਹੀਏ ਜੇ ਇਹ ਲੋਕ ਨਿਹਚਲ ਰਹੇ, ਭਾਵ ਸਦਾ ਰਹਿਣੇ ਵਾਲਾ ਹੋਵੇ। ਦੁਨੀਆ ਕੈ ਸੁਮੁਕਾਮੇ, ਕਰ ਸਿਦਕ ਕਰਨੀ ਖਰਚ ਵੱਧ ਹੋ। ਲਾਗ ਰਹੋ ਨਾਮੇ ਰਹਾਉ। ਇਹ ਦੁਨੀਆ ਮੁਕਾਮ ਕਿਸ ਤਰ੍ਹਾਂ ਹੋ ਸਕਦੀ ਹੈ? ਭਾਵ ਨਹੀਂ ਹੋ ਸਕਦੀ। ਜਦ ਇਹ ਪੱਕਾ ਮੁਕਾਮ ਨਹੀਂ ਤਾਂ ਇਹ ਮੁਸਾਫਰੀ ਹੈ। ਸੋ ਚਾਹੀਦਾ ਹੈ ਕਿ ਇੱਥੇ ਪਰਮੇਸ਼ਰ ਉੱਤੇ ਸਿਦਕ ਧਾਰ ਕੇ ਕਰਨੀ ਦਾ ਖਰਚ ਪੱਲੇ ਬੰਨੋ। ਪ੍ਰਸ਼ਨ: ਇਹ ਖਰਚ ਕਿਵੇਂ ਕਮਾਈਦਾ ਹੈ? ਉੱਤਰ: ਪਰਮੇਸ਼ਰ ਦੇ ਨਾਮ ਨੂੰ ਲੱਗੇ ਰਹੋ, ਭਾਵ ਨਾਮ ਜਪੋ, ਤਾਂ ਤੁਹਾਡੇ ਹਿਰਦੇ ਵਿੱਚ ਕਰਨੀ ਭਾਵ ਪ੍ਰੇਮਾ ਭਗਤੀ ਸਥਿਰ ਹੋਵੇਗੀ। ਉਹ ਅੱਗੇ ਗਿਆਨ ਦੌਲਤ ਹੋਵੇਗੀ ਜੋ ਖਰਚ ਵਾਂਗੂ ਕੰਮ ਆਵੇਗੀ। ਰਹਾਉ: ਜੋਗੀ ਤਾ ਆਸਣ ਕਰ ਬਹੈ, ਮੁੱਲਾਂ ਬਹੈ ਮਕਾਮ। ਜੇ ਤੁਸੀਂ ਆਖੋ ਕਿ ਦੇਖੋ ਜੀ, ਜੋਗੀ ਤਾਂ ਮੱਠ ਬਣਾ ਕੇ ਆਸਣ ਲਾ ਕੇ ਬੈਠਦਾ ਹੈ, ਮੁੱਲਾਂ ਤਕੀਏ ਕਿ ਮਸੀਤ ਨੂੰ ਮੁਕਾਮ ਬਣਾ ਕੇ ਬੈਠਦਾ ਹੈ। ਪੰਡਤ ਵਖਾਣ ਹੈ ਪੋਥੀਆ, ਸਿੱਧ ਬਹ ਹੈ ਦੇਵ ਸਥਾਨ। ਦੇਖੋ ਪੰਡਤ ਦੇਵ ਸਥਾਨ, ਸ਼ਿਵ ਦੁਆਲੇ ਕੇ ਠਾਕੁਰ ਦੁਆਰੇ ਵਿੱਚ ਬੈਠਾ ਪੋਥੀਆਂ ਦੀ ਕਥਾ ਵਿਆਖਿਆ ਕਰਦਾ ਹੈ, ਤੇ ਸਿੱਧ ਹਿਮਾਲੈ ਆਦਿ ਥਾਈਂ ਸਮਾਧੀਆਂ ਲਾ ਕੇ ਬੈਠਦਾ ਹੈ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਸੇਖ ਪੀਰ ਸਲਾਰ। ਇਸੀ ਤਰ੍ਹਾਂ ਦੇਵਤੇ ਸੁਰਗ ਵਿੱਚ, ਸਿੱਧ ਗਣ ਗੰਧਰਵ ਮੁਨੀ ਲੋਕ ਜਾਂ ਮੋਨੀ ਲੋਕ, ਸ਼ੇਖ ਪੀਰ ਤੇ ਸਰਦਾਰ ਆਪੋ ਆਪਣੇ ਟਿਕਾਣੇ ਮੁਕਾਮਤਾਂ ਕਰਕੇ ਬੈਠਦੇ ਹਨ। ਦਰ ਕੂਚ ਕੂਚਾ ਕਰ ਗਏ, ਅਵਰੇ ਭੇ ਚੱਲਣ ਹਾਰ। ਪਰ ਨਾਲ ਹੀ ਵਿਚਾਰ ਕਰ ਲਓ ਕਿ ਇਹ ਸਾਰੇ ਕੂਚ ਦਰ ਕੂਚ ਕਰਦੇ ਚਲੇ ਗਏ, ਤੇ ਹੋਰ ਜਿਹੜੇ ਰਹਿੰਦੇ ਹਨ ਉਹ ਵੀ ਚੱਲਣਹਾਰ ਹਨ, ਭਾਵ ਚਲੇ ਜਾਣਗੇ। ਸੁਲਤਾਨ ਖਾਨ ਮਲੂਕ ਉਮਰੇ, ਗਏ ਕਰ ਕਰ ਕੂਚ। ਪਾਤਸ਼ਾਹ, ਖਾਨ, ਸ਼ਾਹ, ਅਮੀਰ ਉਮਰੇ, ਭਾਵ ਵਾਰੋ ਵਾਰੀ ਕੂਚ ਕਰਦੇ ਕਰਦੇ ਚਲੇ ਗਏ।
ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਭੇ ਪਹੂਚ। ਇਥੋਂ ਘੜੀ ਕੇ ਦੋ ਘੜੀ ਵਿੱਚ ਭਾਵ ਛੇਤੀ ਚੱਲ ਪੈਣਾ ਹੈ। ਹੇ ਮੇਰੇ ਦਿਲ, ਤੂੰ ਵੀ ਆਪਣੇ ਆਪ ਨੂੰ ਪਰਲੋਕ ਵਿੱਚ ਪਹੁੰਚਿਆ ਸਮਝ ਲੈ। ਸਬਦਾ ਮਾਹਿ ਵਖਾਣੀਐ, ਵਿਰਲਾ ਤਾ ਬੂਝੈ ਕੋਇ। ਪਰ ਜੋ ਸਦਾ ਥਿਰ ਨਿਹਚਲ ਮੁਕਾਮ ਹੈ, ਉਹ ਸ਼ਬਦਾਂ ਦੁਆਰਾ ਵਰਣਨ ਤਾਂ ਕਰ ਦੇਈਦਾ ਹੈ, ਪਰ ਉਸ ਨੂੰ ਸੱਚਮੁੱਚ ਬੁੱਝਦਾ ਕੋਈ ਵਿਰਲਾ ਹੈ। ਨਾਨਕ ਵਖਾਣੈ ਬੇਨਤੀ, ਜਲ ਥਲ ਮਹੀਅਲ ਸੋਇ। ਉਹ ਜਲ ਤੇ ਥਲ, ਧਰਤੀ, ਆਕਾਸ਼ ਵਿਚਕਾਰ ਸਾਰੇ ਹੀ ਹੈ। ਉਸ ਅੱਗੇ ਨਾਨਕ ਬੇਨਤੀ ਕਰਦਾ ਹੈ, ਅੱਲਾਹ ਅਲਖ ਅਗੰਮ ਕਾਦਰ, ਕਰਨਹਾਰ ਕਰੀਮ। ਹਾਂ, ਸੱਚਾ ਮੁਕਾਮ ਉਹੀ ਇੱਕੋ ਅੱਲਾ ਹੈ, ਜੋ ਅਲਖ ਹੈ, ਗਮਤਾ ਤੋਂ ਪਰੇ ਹੈ, ਕਾਦਰ ਹੈ, ਰਚਨਹਾਰ ਹੈ, ਕਰੀਮ ਭਾਵ ਮਿਹਰ ਕਰਨ ਵਾਲਾ ਹੈ। ਹਾਂ, ਉਹ ਰਹਿਮਤਾਂ ਕਰਨੇ ਵਾਲਾ ਇੱਕੋ, ਜੋ ਸਦਾ ਥਿਰ ਮੁਕਾਮ ਹੈ। ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮਾ। ਜੋ ਸਦਾ ਥਿਰ ਮੁਕਾਮ ਹੈ, ਸਦਾ ਹੀ ਰਹਿਮਤਾਂ ਕਰਨ ਵਾਲਾ, ਸਾਰੀ ਦੁਨੀਆ ਆਉਣ ਜਾਣ ਵਾਲੀ ਹੈ। ਮੁਕਾਮ ਤਿਸਨੋ ਆਖੀਐ, ਜਿਸ ਸਿਸ ਨਾ ਹੋਵੀ ਲੇਖ। ਸਦਾ ਥਿਰ ਮੁਕਾਮ ਉਸ ਨੂੰ ਕਹੀਦਾ ਹੈ, ਜਿਸ ਦੇ ਸਿਰ ਤੇ ਕੋਈ ਲੇਖ ਨਾ ਹੋਵੇ। ਅਸਮਾਨ ਧਰਤੀ ਚੱਲਸੀ, ਮੁਕਾਮ ਉਹੀ ਏਕ। ਸੋ ਉਹ ਹੈ ਇੱਕੋ ਰਹੀਮ। ਹੋਰ ਦੇਖ ਲਓ, ਅਸਮਾਨ ਧਰਤੀ ਸਭ ਚਲੀ ਜਾਏਗੀ, ਉਹ ਇੱਕੋ ਪੱਕਾ ਮੁਕਾਮ ਕਾਇਮ ਰਹੇਗਾ। ਦਿਨ ਰਵ ਚੱਲੈ, ਨਿਸ ਸਸ ਚੱਲੈ, ਤਾਰਿਕਾ ਲਖ ਪਲੋਏ। ਸੂਰਜ ਤੇ ਚੰਦਰਮਾ ਦਿਨ ਤੇ ਰਾਤ ਚਲੇ ਜਾਣਗੇ, ਲੱਖਾਂ ਤਾਰੇ ਚਲਾਇਮਾਨ ਹੋ ਜਾਣਗੇ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਮਹੱਲੇ ਪਹਿਲੇ 17 ਹੈ ਅਸ਼ਟਪਦੀਆਂ। ਉਹ ਇੱਕੋ ਰਹੀਮ ਹੀ ਮੁਕਾਮ ਹੈ, ਜੋ ਸਦਾ ਥਿਰ ਰਹੇਗਾ। ਹੈ ਨਾਨਕ, ਇਹੋ ਸੱਚ ਹੈ। ਇਹ ਸੱਚ ਡੰਕੇ ਦੀ ਚੋਟ ਕਹਿ ਦੇ। ਪਹਿਲੇ ਮਹੱਲੇ ਦੀਆਂ 17 ਅਸ਼ਟਪਦੀਆਂ ਹੀ ਹਨ ਜੋ ਇੱਥੇ ਮੁੱਕੀਆਂ। ਵਿਆਖਿਆ। ਇਸ ਸ਼ਬਦ ਵਿੱਚ ਵਾਹਿਗੁਰੂ ਤੋਂ ਅਤਿਰਿਕਤ ਹਰ ਸ਼ੈ, ਹਰ ਲੋਕ, ਹਰ ਟਿਕਾਣੇ, ਹਰ ਜੀਵ ਦੀ ਅਣਸਥਿਰਤਾ ਦਿਖਾਈ ਹੈ। ਸਦਾ ਥਿਰ ਵਾਹਿਗੁਰੂ ਜੀ ਨੂੰ ਰਹੀਮ ਭਾਵ ਦਿਆਲੂ ਕਹਿ ਕੇ ਦਿਖਾਲਾਇਆ ਹੈ। ਮੁਕਾਮ ਅਰਬੀ ਪਦ ਹੈ। ਮੁਕਾਮ ਇਸ ਦਾ ਅਰਥ ਹੈ ਖੜੇ ਹੋਣ ਦੀ ਥਾਂ, ਠਹਿਰਨ ਦੀ ਥਾਂ, ਟਿਕ ਕੇ ਰਹਿਣ ਦੀ ਥਾਂ। ਗੁਰੂ ਜੀ ਨੇ ਇਸ ਨੂੰ ਤੀਸਰੇ ਅਰਥਾਂ ਵਿੱਚ ਇੱਥੇ ਲਿਆ ਹੈ, ਟਿਕ ਕੇ ਰਹਿਣੇ ਦੀ ਥਾਂ, ਤੇ ਇਸ ਦੇ ਇਹ ਅਰਥ ਲੈ ਕੇ ਕਿਹਾ ਹੈ ਕਿ ਜਿੱਥੋਂ ਸਦਾ ਚੱਲਣੇ ਦੀ ਧੁਖ ਧੁਖੀ ਲੱਗੀ ਰਹਿੰਦੀ ਹੈ, ਉਹ ਟਿਕ ਕੇ ਰਹਿਣੇ ਦਾ ਥਾਂ ਕਿਹਨੂੰ ਕਿਹਾ ਜਾ ਸਕਦਾ ਹੈ। ਹਾਂ, ਤਦੇ ਇਸ ਦੁਨੀਆ ਨੂੰ ਮੁਕਾਮ ਕਹਿ ਸਕਦੇ ਹਾਂ ਜੇ ਇਹ ਲੋਕ ਨਿਹਚਲ ਹੋਵੇ, ਅਰਥਾਤ ਇਹ ਲੋਕ ਸदैवी ਹੋਵੇ ਤੇ ਟਿਕ ਕੇ ਲੋਕੀ ਇੱਥੇ ਰਹਿ ਸਕਦੇ ਹੋਣ। ਜਿੱਥੋਂ ਸਾਰੇ ਚਲੇ ਗਏ ਤੇ ਚਲੇ ਜਾ ਰਹੇ ਹਨ, ਜਿਸ ਨੇ ਆਪ ਨਹੀਂ ਰਹਿਣਾ, ਉਹ ਲੋਕ ਮੁਕਾਮ ਕਿਹਨੂੰ ਹੋ ਸਕਦਾ ਹੈ। ਜਿੱਥੇ ਹਰ ਜੀਵ ਨੂੰ ਵੀ ਆਪਣੇ ਚੱਲਣੇ ਦੀ ਹੀ ਧੁਖ ਧੁਖੀ ਲੱਗ ਰਹੀ ਹੈ, ਉਸ ਨੂੰ ਟਿਕ ਕੇ ਰਹਿਣੇ ਦਾ ਥਾਂ ਕਿਹਨੂੰ ਮੰਨ ਸਕਦੇ ਹਾਂ। ਹੁਣ ਜੇ ਕੋਈ ਕਹੇ ਕਿ ਇੱਥੇ ਲੋਕੀ ਮੁਕਾਮ ਬਣਾ ਕੇ ਰਹਿ ਰਹੇ ਹਨ, ਜਿਵੇਂ ਕਿ ਜੋਗੀ ਆਸਣ ਲਾਉਂਦਾ ਹੈ, ਮੱਠ ਬਣਾਉਂਦਾ ਹੈ, ਜੋਗੀਆਂ ਦੇ ਹੋਰ ਕਈ ਟਿਕਾਣੇ ਵੀ ਹਨ। ਮੁੱਲਾਂ ਲੋਕ ਤਕੀਏ ਤੇ ਮਸੀਤਾਂ ਬਣਾ ਕੇ ਆਪਣੇ ਜਾਣੇ ਟਿਕ ਕੇ ਵਸਦੇ ਹਨ। ਪੰਡਤ ਤੇ ਸਿੱਧ ਲੋਕ ਬੈਠਦੇ ਹਨ। ਦੋਹਾਂ ਦੇ ਟਿਕਾਓ ਲਈ ਇੱਕ ਪਦ ਵਰਤਿਆ ਹੈ, ਦੇਵ ਸਥਾਨ।
ਜਿਸ ਦੇ ਇੱਕ ਤੋਂ ਵਧੇਕ ਅਰਥ ਹਨ। ਨੰਬਰ 1 ਦੇਵਤਿਆਂ ਦਾ ਮੰਦਰ, ਨੰਬਰ 2 ਹਿਮਾਲਯ ਪਰਬਤ, ਕੈਲਾਸ਼ ਆਦਿ ਥਾਵਾਂ, ਸੁਮੇਰ ਪਰਬਤ, ਉੱਚੇ ਪਹਾੜ ਜਿੱਥੇ ਸਿੱਧ ਹੋਏ ਜੋਗੀ ਟਿਕਦੇ ਹਨ। ਸੋ ਦਵੱਲੀ ਅਰਥ ਇਉਂ ਹੈ ਕਿ ਪੰਡਤ ਦੇਵ ਮੰਦਰਾਂ ਵਿੱਚ ਬੈਠ ਕੇ ਸ਼ਾਸਤਰਾਂ ਆਦਿ ਪੋਥੀਆਂ ਦੀ ਕਥਾ ਕਰਦੇ ਹਨ ਤੇ ਸਿੱਧ ਹਿਮਾਲਯ ਆਦਿ ਉੱਚੀ ਥਾਈਂ ਸਮਾਧੀਆਂ ਲਾ ਕੇ ਬੈਠਦੇ ਹਨ। ਸੋ ਦੇਵ ਸਥਾਨ ਪਦ ਦੋਹੀਂ ਥਾਈਂ ਲੱਗ ਗਿਆ। ਇਹ ਸੁਣ ਕੇ ਮਾਨੋ ਗੁਰੂ ਜੀ ਅੰਕ 3 ਵਿੱਚ ਹੋਰ ਵੱਡੇ ਵੱਡੇ ਲੋਕ ਗਿਣ ਕੇ ਦੱਸਦੇ ਨੇ ਕਿ ਇਹ ਮੁਕਾਮ ਕਰ ਕਰਕੇ ਬੈਠੇ ਪਰ ਸਭ ਚਲੇ ਗਏ, ਕੋਈ ਟਿਕ ਕੇ ਨਾ ਰਿਹਾ। ਸੋ ਰਹਾਉ ਵਾਲੀ ਗੱਲ ਠੀਕ ਰਹੀ, ਦੁਨੀਆ ਕੈਸ ਮੁਕਾਮੇ। ਅੰਕ 3-4 ਵਿੱਚ ਇਹੋ ਵਿਸ਼ਾ ਚੱਲਦਾ ਹੈ। ਅੰਕ 4 ਦੀ ਅਖੀਰਲੀ ਤੁਕ ਵਿੱਚ ਸੁਣਨ ਵਾਲੇ ਨੂੰ ਉਸ ਦੀ ਨਿਜ ਦੀ ਠੋਕਰ ਦਿੰਦੇ ਹਨ ਕਿ ਤੂੰ ਵੀ ਨਹੀਂ ਟਿਕ ਕੇ ਰਹਿਣਾ। ਹੁਣ ਪ੍ਰਸ਼ਨ ਹੁੰਦਾ ਹੈ ਕਿ ਫੇਰ ਆਪ ਕੋਈ ਸਦਾ ਥਿਰ ਟਿਕਾਣਾ ਦੱਸੋ। ਤਦ ਅੰਕ 5 ਵਿੱਚ ਫਰਮਾਉਂਦੇ ਹਨ ਕਿ ਸ਼ਬਦਾਂ ਵਿੱਚ ਸੰਖੇਪ ਕੇ ਵਿਆਖਿਆ ਨਾਲ ਦੱਸ ਦੇਈਦਾ ਹੈ, ਪਰ ਉਸ ਨੂੰ ਬੁੱਝਦਾ ਕੋਈ ਵਿਰਲਾ ਹੈ। ਬੁੱਝਣ ਦਾ ਮਤਲਬ ਕੇਵਲ ਸਮਝਣਾ ਮਾਤਰ ਨਹੀਂ, ਪਰ ਇਹ ਕਿ ਉਸ ਨੂੰ ਡੂੰਘੀ ਵਿਚਾਰ ਨਾਲ ਲੱਖ ਕੇ ਉਸ ਤੇ ਅਮਲ ਨਹੀਂ ਕਰਦਾ। ਉਹ ਗੱਲ ਇਹ ਹੈ ਕਿ ਜਲ ਕੇ ਥਲ, ਆਕਾਸ਼ ਕੇ ਆਕਾਸ਼, ਧਰਤੀ ਦੇ ਵਿਚਾਲੇ ਕੇ ਉਦਾਲੇ ਕੋਈ ਥਾਂ ਨਹੀਂ। ਇਹ ਆਪ ਵੀ ਥਾਵਾਂ ਨਹੀਂ, ਸਭ ਕੁਝ ਉਹੀ ਹੈ ਤੇ ਸਭਨਾਂ ਵਿੱਚ ਉਹੀ ਹੈ। ਉਹ ਹੈ ਸਦਾ ਥਿਰ, ਉਹ ਹੈ ਅਸਲੀਅਤ ਜੋ ਸਦਾ ਕਾਇਮ ਹੈ। ਉਸ ਦੀ ਜੋ ਹੋਂਦ ਹੈ ਸੱਚਮੁੱਚ ਹੈ ਉਹ ਹੈ ਸਭ ਕੁਝ। ਹੋਰ ਮੁਕਾਮ ਜਾਂ ਥਾਵਾਂ ਤਾਂ ਉਸ ਦੀ ਹੋਂਦ ਕਰਕੇ ਕਹੀਦੀਆਂ ਹਨ। ਜੇ ਉਹ ਹੈ ਤਾਂ ਉਸ ਕਰਕੇ ਜਿਸ ਨੂੰ ਤੁਸੀਂ ਥਾਵਾਂ ਕਹਿੰਦੇ ਹੋ ਭਾਸਦੀਆਂ ਹਨ। ਥਾਵਾਂ ਆਪਣੇ ਆਪ ਸੁਤੰਤਰ ਕੁਛ ਨਹੀਂ ਹਨ। ਇਹ ਕਹਿਣਾ ਕਿ ਜਲ ਥਲ ਮਹੀਲ ਵਿੱਚ ਉਹ ਹੈ, ਸਮਝਣੇ ਮਾਤਰ ਲਈ ਹੈ। ਅਸਲ ਵਿੱਚ ਉਹ ਹੈ ਉਸ ਦੀ ਸਦਾ ਥਿਰ ਹੋਂਦ, ਮਾਇਆ ਨੂੰ ਕਿ ਪ੍ਰਕਿਰਤੀ ਨੂੰ, ਦੇਸ਼ ਨੂੰ ਕਿ ਕਾਲ ਨੂੰ ਹੋਂਦ ਜਿਹੀ ਦੇ ਦਿੰਦੀ ਹੈ। ਸੋ ਉਹ ਹੈ ਸਭ ਕੁਛ, ਸਦਾ ਥਿਰ ਤਤ ਵਸਤੂ। ਸੋ ਸਿੱਟਾ ਕੀ ਨਿਕਲਿਆ ਕਿ ਨਾ ਦੇਸ਼ ਵਿੱਚ ਨਾ ਕਾਲ ਵਿੱਚ ਕੋਈ ਸਥਿਰ ਟਿਕਾਣਾ ਹੈ। ਇਹਨਾਂ ਸਭਨਾਂ ਨੇ ਜੋ ਆਪਣਾ ਵਜੂਦ ਲਿਆ ਹੈ ਉਸ ਤਤ ਵਸਤੂ ਤੋਂ ਲਿਆ ਹੈ, ਜੋ ਜੁਗ ਜੁਗ ਏਕੋ ਵੇਸ ਹੈ। ਹਾਂ, ਜੋ ਅਚਲ ਮੂਰਤਨ ਭਉ ਪ੍ਰਕਾਸ਼ ਹੈ, ਉਹ ਹੈ ਤਾਂ ਤਤ ਵਸਤੂ। ਉਸ ਨੂੰ ਮੁਕਾਮ ਕਿਉਂ ਕਿਹਾ? ਇਸ ਲਈ ਕਿ ਉਹ ਅਚਲਤਾ ਹੈ ਤੇ ਅਸਲੀਅਤ ਹੈ, ਉਹ ਸਦਾ ਥਿਰਤਾ ਹੈ। ਇਸ ਕਰਕੇ ਅਸੀਂ ਜੋ ਮੁਕਾਮ ਨੂੰ ਸਮਝਦੇ ਹਾਂ, ਸਾਨੂੰ ਦੱਸਿਆ ਕਿ ਮੁਕਾਮ ਉਹ ਹੈ, ਭਾਵ ਕਿ ਸਦਾ ਥਿਰ ਟਿਕਾਣਾ ਉਹੀ ਹੈ। ਮਤਾ ਸਾਨੂੰ ਭੁਲੇਖਾ ਪੈ ਜਾਵੇ ਕਿ ਜਿਵੇਂ ਦੇਸ਼ ਵਿੱਚ ਅੱਗੇ ਟਿਕਾਣੇ ਹਨ, ਉਹ ਵੀ ਕੋਈ ਦੇਸ਼ ਵਿੱਚ ਟਿਕਾਣਾ ਹੈ। ਅਰਥਾਤ ਇਸ ਦਿਸਦੇ ਦੇਸ਼ ਦੇ ਰੂਪ ਵਿੱਚ ਉਸ ਦੇ ਕਿਸੇ ਅਣੂ ਪਰਮਾਣੂ ਦੇ ਕਿਸੇ ਥਾਂ ਉਸ ਦਾ ਮੁਕਾਮ ਹੈ। ਇਸ ਭੁਲੇਵੇਂ ਤੋਂ ਰੱਖਿਆ ਕਰਨ ਲਈ ਆਪ ਜੀ ਅੰਕ 6 ਵਿੱਚ ਫਰਮਾਉਂਦੇ ਹਨ ਕਿ ਉਹ ਅੱਲਾਹੋ ਹੈ। ਅੱਲ੍ਹ ਅਰਬੀ ਵਿੱਚ ਪਰਮੇਸ਼ਰ ਦਾ ਜਾਤੀ ਨਾਮ ਹੈ ਅਤੇ ਨਾਮ ਹੈ ਉਸ ਜਾਤ ਦਾ ਜੋ ਵਾਜਬੁਲ ਵਜੂਦ ਹੈ, ਜੋ ਕਾਮਿਲ ਬਿਲ ਜਾਤ ਹੈ ਅਤੇ ਜੋ ਹੱਕ ਹੈ ਤੇ ਇਸ ਕਰਕੇ ਇਬਾਦਤ ਕੀਤੇ ਜਾਣੇ ਦੇ ਯੋਗ ਹੈ। ਭਾਵ ਇਹ ਕਿ ਜੋ ਇੱਕ ਰਸ ਸਦਾ ਥਿਰ ਹੈ, ਅਦਲਦਾ ਬਦਲਦਾ ਨਹੀਂ। ਗੁਰੂ ਜੀ ਦੀ ਮੁਰਾਦ ਇੱਥੇ ਉਸ ਨੂੰ ਇਹ ਦੱਸਣ ਤੋਂ ਹੈ ਕਿ ਉਹ ਸਦਾ ਥਿਰ ਹਸਤੀ ਹੈ, ਤਤ ਵਸਤੂ ਹੈ। ਫਿਰ ਉਸ ਨੂੰ ਅਲੱਖ ਤੇ ਅਗੰਮ ਆਖਿਆ ਹੈ। ਅਰਥਾਤ ਉਹ ਪੰਜ ਇੰਦਰੀਆਂ ਤੇ ਮਨ ਬੁੱਧੀ ਦੀ ਸਮਝ ਤੋਂ ਅਲੱਖ ਤੇ ਪਹੁੰਚ ਤੋਂ ਪਰੇ ਹੈ। ਇਉਂ ਉਸ ਨੂੰ ਦੇਸ਼ ਕਾਲ ਤੋਂ ਪਰੇ, ਪਰ ਤਤ ਵਸਤੂ ਸਦਾ ਥਿਰ ਵਜੂਦ ਜਣਾਇਆ। ਇੱਥੇ ਸ਼ੁਬਹ ਪੈ ਸਕਦਾ ਹੈ ਕਿ ਗੁਰੂ ਜੀ ਕਿਤੇ ਅਵਿਅਕਤ ਪ੍ਰਕਿਰਤੀ ਨੂੰ ਤਾਂ ਨਹੀਂ ਕਹਿ ਰਹੇ,
ਇਸ ਕਰਕੇ ਉਸ ਨੂੰ ਕਰਨਹਾਰ, ਕਾਦਰ ਤੇ ਰਹੀਮ ਦੱਸਦੇ ਹਨ। ਇਹ ਤਰ੍ਹਾਂ ਸਿਫਤਾਂ ਚੇਤਨ ਦੀਆਂ ਹਨ। ਉਹ ਰਚਦਾ ਹੈ, ਰਚ ਕੇ ਆਪਣੀ ਰਚੀ ਹੋਈ ਕੁਦਰਤ ਉੱਤੇ ਕਾਦਰ ਹੈ, ਤੇ ਨਿਰੀ ਚੇਤਨਾ ਮਾਤਰ ਵੀ ਨਹੀਂ, ਉਹ ਪ੍ਰੈ ਸਰੂਪ ਵੀ ਹੈ ਕਿ ਉਸ ਵਿੱਚ ਰਹਿਮ ਵਸਦਾ ਹੈ। ਰਹੀਮ ਉਹੀ ਹੋ ਸਕਦਾ ਹੈ ਜੋ ਪ੍ਰੈ ਸਰੂਪ ਹੋਵੇ। ਸੋ ਉਹ ਇੱਕੋ ਸਦਾ ਥਿਰ ਹਸਤੀ ਹੈ, ਤੇ ਐਸੀ ਹਸਤੀ ਹੋਣ ਕਰਕੇ ਉਹ ਸਭ ਮੁਕਾਮਾਂ ਦੇਸ਼ਾਂ ਦਾ ਮਾਨੋ ਸੁਤੇ ਸਿੱਧ ਉਪਜਾਊ ਤੇ ਟੇਕ ਹੈ। ਇਸ ਕਰਕੇ ਉਹ ਅਣਸਥਿਰ ਮੁਕਾਮਾਂ ਦੇ ਮੁਕਾਬਲੇ ਤੇ ਸਦਾ ਥਿਰ ਮੁਕਾਮ ਕਿਹਾ ਹੈ। ਫਿਰ ਅੰਕ 7 ਵਿੱਚ ਹੋਰ ਲੱਛਣ ਕਰਦੇ ਹਨ ਕਿ ਹਰ ਸ਼ੈ, ਹਰ ਜੀਵ, ਹਰ ਹਾਲਤ ਦੇ ਸਿਰ ਤੇ ਚੱਲਣੇ ਦਾ ਲੇਖ ਲਿਖਿਆ ਹੈ, ਕਿਉਂਕਿ ਸਾਰੀ ਪ੍ਰਕਿਰਤੀ ਹਰਕਤ ਵਿੱਚ ਹੈ ਤੇ ਪ੍ਰਕਿਰਤੀ ਦੀ ਖੇਲ ਇਸ ਤਰ੍ਹਾਂ ਚੱਲ ਰਹੀ ਹੈ। ਸੋ ਹਰ ਸ਼ੈ ਦੇ ਸਿਰ ਚੱਲਦੇ ਰਹਿਣ ਦਾ ਤੇ ਚਲੇ ਜਾਣ ਦਾ ਮਾਨੋ ਲੇਖ ਲਿਖਿਆ ਹੋਇਆ ਹੈ। ਅੱਖਰਾ ਸਿਰ ਸੰਜੋਗ ਵਖਾਨ, ਸਭ ਦੇ ਸਿਰ ਇਹ ਲੇਖ ਲਿਖਣੇ ਵਾਲਾ ਜੋ ਹੈ ਅਚਲ ਮੂਰਤ, ਉਸ ਦੇ ਸਿਰ ਤੇ ਕੋਈ ਲੇਖ ਨਹੀਂ। ਜਿਨ ਇਹ ਲਿਖੇ ਤਿਸ ਸਿਰ ਨਾਹੀ। ਇਹ ਵੀ ਉਸ ਅਚਲ ਮੂਰਤ ਦੀ ਚੇਤਨਤਾ ਤੇ ਸੁਤੰਤਰ ਚੇਤਨਤਾ ਤੇ ਸਦਾ ਥਿਰ ਅਜ਼ਲੀ ਅਸਲੀ ਚੇਤਨਤਾ ਦਾ ਲਖਾਇਕ ਹੈ। ਇਹ ਦੱਸ ਕੇ ਕਿ ਇਹ ਸੱਚਾ ਮੁਕਾਮ ਹੈ ਕਿਹਾ। ਇਹ ਮੁਕਾਮ ਇੱਕੋ ਹੈ ਜੋ ਮੁਕਾਮ ਕਹਾ ਸਕਦਾ ਹੈ। ਹੋਰ ਧਰਤੀ, ਅਸਮਾਨ, ਸੂਰਜ, ਸੂਰਜ ਤੋਂ ਬਣਿਆ ਦਿਨ, ਰਾਤ, ਰਾਤ ਨੂੰ ਨੂਰ ਦੇਣ ਵਾਲਾ ਚੰਦ, ਲੱਖਾਂ ਤਾਰੇ ਸਭ ਚੱਲ ਰਹੇ ਹਨ ਤੇ ਸਾਰੇ ਚਲੇ ਜਾਣਗੇ, ਭਾਵ ਅੰਤ ਹੋ ਜਾਣਗੇ। ਇਸ ਲਈ ਗੁਰੂ ਜੀ ਸੱਚੀ ਗੱਲ ਦੱਸਦੇ ਹਨ ਅੰਕ 8 ਕਿ ਮੁਕਾਮ ਇੱਕੋ ਉਹ ਚੱਲ ਮੂਰਤ ਅਕਾਲ ਪੁਰਖ ਹੈ। ਕਟਾਖ ਵਿੱਚ ਇਹ ਹੈ ਕਿ ਉਸ ਮੁਕਾਮ ਵਿੱਚ ਆਪਣਾ ਘਰ ਬਣਾਓ। ਇੱਟਾਂ ਪੱਥਰਾਂ ਦੇ ਘਰਾਂ ਨੂੰ ਮੁਕਾਮ ਨਾ ਸਮਝੋ, ਨਾ ਸੁਰਗ ਆਦਿ ਲੋਕਾਂ ਨੂੰ, ਨਾ ਬ੍ਰਹਮਾ ਆਦਿ ਦੇ ਲੋਕਾਂ ਨੂੰ ਘਰ ਸਮਝੋ। ਘਰ ਕਰਤਾਰ ਵਿੱਚ ਬਣਾਓ। ਉਥੇ ਘਰ ਬਣਾਉਣ ਦੀ ਤਰਕੀਬ ਰਹਾਉ ਵਿੱਚ ਦੱਸੀ ਹੈ। ਲਾਗ ਰਹੋ ਨਾਮੇ ਕੀਕੂ, ਸਿਦਕ ਧਾਰ ਕੇ ਉਸ ਸਦਾ ਥਿਰ ਰਹੀਮ ਵਿੱਚ ਨਿਸ਼ਠਾ ਧਾਰ ਕੇ ਨਾਮ ਜਪੋ ਤੇ ਇਹ ਨਾਮ ਕਰਨੀ ਹੋ ਜਾਵੇ, ਪ੍ਰੇਮਾ ਭਗਤੀ ਬਣ ਜਾਵੇ। ਨਾਮ ਦਾ ਜਪ, ਨਾਮ ਦਾ ਸਿਮਰਨ, ਨਾਮ ਦਾ ਅਮਲ ਨਾਮੀ ਵਿੱਚ ਤਦ ਰੂਪਤਾ ਦੇ ਦੇਵੇ, ਇਉਂ ਇਹ ਕਰਨੀ ਬਣ ਜਾਵੇਗਾ ਜੋ ਕਰਨੀ ਕਿ ਉਸ ਸਦਾ ਥਿਰ ਮੁਕਾਮ ਰਹੀਮ ਵਿੱਚ ਲੈ ਜਾਵੇਗੀ। ਨਿਰੁਕਤ ਮੁਕਾਮ ਦਾ ਭਾਵ ਹੈ ਅਰਬੀ ਭਾਸ਼ਾ ਵਿੱਚ ਮੁਕਾਮ ਠਹਿਰਨੇ ਦੀ ਥਾਂ, ਰਹਿਣੇ ਦੀ ਥਾਂ, ਠਹਿਰਨ ਦਾ ਟਿਕਾਣਾ, ਟਿਕ ਕੇ ਰਹਿਣੇ ਦੀ ਥਾਂ। ਇਸ ਅਰਥ ਵਿੱਚ ਵਰਤਿਆ ਹੈ ਗੁਰੂ ਜੀ ਨੇ। ਧੋਖ ਦਾ ਭਾਵ ਹੈ ਧੁਖ ਧੁਖੀ, ਚਿੰਤਾ, ਫਿਕਰ। ਜਾ ਰਹਿ ਨੇਚਲ ਲੋਕ, ਜੇ ਇਹ ਲੋਕ ਸਦਾ ਥਿਰ ਰਹੇ ਤਾਂ ਜਿੱਥੇ ਲੋਕੀ ਸਦਾ ਥਿਰ ਰਹਿ ਕੇ ਹੋ ਕੇ ਰਹਿਣ। ਲੋਕ ਪਦ ਦੇ ਦੋ ਅਰਥ ਹਨ, ਦੁਨੀਆ, ਵਸਣ ਵਾਲੇ ਮਨੁੱਖ। ਦੋਏ ਅਰਥ ਲੱਗਦੇ ਤੇ ਭਾਵ ਇੱਕੋ ਹੈ। ਸਿਦਕ ਦਾ ਭਾਵ ਹੈ ਅਰਬੀ ਵਿੱਚ ਸਿਦਕ ਭਾਵ ਨਿਸ਼ਚਾ, ਭਰੋਸਾ, ਨਿਹਚਾ। ਮੁੱਲਾਂ ਦਾ ਭਾਵ ਹੈ ਮੁੱਲਾ, ਮੁਸਲਮਾਨ ਮੱਤ ਦਾ ਇੱਕ ਵਡਕਾ। ਸਿੱਧ ਦਾ ਭਾਵ ਹੈ ਸਿਰੇ ਚੜ ਗਿਆ ਜੋਗੀ, ਜੈਨੀ ਸਾਧੂਆਂ ਦਾ ਸਿਰੇ ਚੜਿਆ ਬੰਦਾ। ਦੇਵ ਸਥਾਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦੇਵ ਸਥਾਨ। ਦੇਵ ਸਥਾਨ ਵਿੱਚ ਸ਼ਿਵ, ਵਿਸ਼ਨੂੰ ਆਦਿ ਹਰ ਦੇਵਤੇ ਦਾ ਮੰਦਰ ਦੇਵ ਸਥਾਨ ਹੈ। ਸੁਮੇਰ, ਕੈਲਾਸ਼, ਹਿਮਾਲੈ ਦੇ ਹੋਰ ਉੱਚੇ ਟਿਕਾਣੇ ਜਿੱਥੇ ਜੋਗੀ ਲੋਕ ਜਾ ਟਿਕਦੇ ਹਨ, ਦੇਵ ਸਥਾਨ ਕਹੀਦੇ ਨੇ। ਵਿਸ਼ੇਸ਼ ਪਰਮੇਸ਼ਰ ਜੀ ਦੇ ਪਿਆਰੇ ਭਗਤ ਵਾਹਿਗੁਰੂ ਸੰਗਮ ਨੂੰ ਦੇਵ ਸਥਾਨ ਆਖਦੇ ਹਨ। ਇਸ ਦੇ ਵੇਰਵੇ ਲਈ ਦੇਖੋ ਭਗਤ ਬੇਣੀ ਜੀ ਦਾ ਸਾਰਾ ਸ਼ਬਦ। ਦੇਵ ਸਥਾਨੈ ਕਿਆ ਨੀਸਾਣੀ, ਰਾਮਕਲੀ ਬੇਣੀ। ਸੁਰ ਦਾ ਭਾਵ ਹੈ ਦੇਵਤਾ, ਵਿਦਵਾਨ ਪੁਰਖ। ਗਣ ਦਾ ਭਾਵ ਹੈ ਸ਼ਿਵ ਦੇ ਦਾਸ। ਗੰਧਰਵ ਦਾ ਭਾਵ ਹੈ
ਸੰਸਕ੍ਰਿਤੀ ਵਿੱਚ ਗੰਧਰਵ ਦੇਵਤਿਆਂ ਦੇ ਗਵਈਏ, ਗਾਉਣ ਵਾਲੇ ਦੇਵਤੇ। ਮੁਨ ਜਨ ਦਾ ਭਾਵ ਹੈ ਮੁਨੀ ਲੋਕ, ਤਿਆਗੀ ਪੁਰਖ, ਮੋਨੀ ਚੁੱਪ ਰਹਿਣ ਵਾਲੇ। ਸ਼ੇਖ ਦਾ ਭਾਵ ਹੈ ਅਰਬੀ ਵਿੱਚ ਸ਼ੇਖ ਭਾਵ ਬੁੱਢਾ, ਵੱਡਾ, ਬਜ਼ੁਰਗ, ਦੀਨ ਦਾ ਵਡਕਾ। ਪੀਰ ਦਾ ਭਾਵ ਹੈ ਫਾਰਸੀ ਵਿੱਚ ਪੀਰ ਭਾਵ ਬੁੱਢਾ, ਬਜ਼ੁਰਗ, ਗੁਰੂ, ਮੁਰਸ਼ਦ। ਪੰਜਾਬੀ ਵਿੱਚ ਕਰਾਮਾਤੀ ਨੂੰ ਵੀ ਕਹਿੰਦੇ ਹਨ। ਜਿਸ ਤਰ੍ਹਾਂ ਪੀਰ ਪਿਆ ਪੀਰੀਆਂ ਲਾਉਂਦਾ ਹੈ। ਸਲਾਰ ਦਾ ਭਾਵ ਹੈ ਫਾਰਸੀ ਵਿੱਚ ਸਾਲਾਰ, ਸਰਦਾਰ। ਸੁਲਤਾਨ ਦਾ ਭਾਵ ਹੈ ਅਰਬੀ ਵਿੱਚ ਵੱਡਾ ਪਾਤਸ਼ਾਹ। ਖਾਨ ਦਾ ਭਾਵ ਹੈ ਤੁਰਕੀ, ਖਾਨ ਭਾਵ ਪਾਤਸ਼ਾਹ, ਸਰਦਾਰ, ਅਮੀਰ। ਕਦੇ ਤੁਰਕਸਤਾਨ ਦੇ ਪਾਤਸ਼ਾਹ ਦਾ ਖਿਤਾਬ ਖਾਨ ਸੀ। ਕੱਲਾਤ ਦੇ ਸ਼ਾਹ ਨੂੰ ਵੀ ਖਾਨ ਹੁਣ ਤੱਕ ਕਹਿੰਦੇ ਹਨ। ਮਲੂਕ ਦਾ ਭਾਵ ਹੈ ਅਰਬੀ ਵਿੱਚ ਮਲਕ ਦੀ ਜਮਾ ਪਾਤਸ਼ਾਹ। ਦੇਖੋ ਮਲੂਕੀ। ਉਮਰੇ ਦਾ ਭਾਵ ਹੈ ਉਮਰਾਓ, ਅਮੀਰ। ਸਬਦਾਹ ਮਾਹੇ ਦਾ ਭਾਵ ਹੈ ਸ਼ਬਦਾਂ ਦੇ ਹੀ ਵਿੱਚ, ਗੁਰੂ ਕੀ ਰਚੀ ਬਾਣੀ ਵਿੱਚ। ਸਭ ਪਲਸ ਦਾਹ ਪਲਸ ਵਿੱਚ ਹੈ ਦੁਨੀਆ, ਐਸਾ ਵੀ ਅਰਥ ਲਾਉਣ ਦਾ ਯਤਨ ਹੁੰਦਾ ਹੈ, ਪਰ ਇਹ ਖਿੱਚ ਹੈ। ਰਹੀਮ ਦਾ ਭਾਵ ਹੈ ਅਰਬੀ ਵਿੱਚ ਰਹੀਮ ਭਾਵ ਰਹਿਮ ਕਰਨ ਵਾਲਾ, ਦਿਆਲੂ ਭਾਵ ਹੈ ਪਰਮੇਸ਼ਰ। ਸਿਸ ਦਾ ਭਾਵ ਹੈ ਸਿਰ ਉੱਤੇ। ਰਵ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੂਰਜ। ਨਿਸ ਦਾ ਭਾਵ ਹੈ ਰਾਤ। ਸਸ ਦਾ ਭਾਵ ਹੈ ਚੰਦਰਮਾ। ਤਾਰਕ ਦਾ ਭਾਵ ਹੈ ਤਾਰੇ। ਪਲੋਏ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪਲਾਇਨ, ਚਲਾਇਮਾਨ ਹੋ ਜਾਣਾ। ਬਗੋਏ ਦਾ ਭਾਵ ਹੈ ਫਾਰਸੀ ਵਿੱਚ ਬਗੋਏ ਕਹੋ, ਲੋਟ ਲਕਾਰ ਹੈ, ਤੂੰ ਆਖ। ਮਹੱਲੇ ਪਹਿਲੇ ਦੀਆਂ 17 ਅਸ਼ਟਪਦੀਆਂ ਸਮਾਪਤ ਹੋਈਆਂ। ਪ੍ਰਾਕਥਨ। ਹੁਣ ਇੱਥੋਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ਆਰੰਭ ਹੁੰਦੀਆਂ ਹਨ। ਇਹਨਾਂ ਦੇ ਅਰਥ ਸੁਗਮ ਹਨ, ਇਸ ਕਰਕੇ ਵਿਸਥਾਰ ਦੀ ਲੋੜ ਨਹੀਂ। ਸਾਰੀਆਂ ਅਸ਼ਟਪਦੀਆਂ ਵਿੱਚ ਗੁਰੂ ਦੀ ਮਿਹਰ, ਗੁਰੂ ਦੀ ਦਾਤ, ਨਾਮ ਤੇ ਕਰਤਾ ਪੁਰਖ ਦੀ ਅਨੁਗ੍ਰਹਿ ਦਾ ਵੇਰਵਾ ਹੈ। ਵਿੱਚ ਵਿੱਚ ਗੁਰਮੁਖ ਮਨਮੁਖ ਦੀ ਵਿਵੇਚਨਾ ਆਪ ਹੁੰਦੀ ਜਾਂਦੀ ਹੈ। ਅੱਡ ਅੱਡ ਤਰ੍ਹਾਂ ਨਾਲ ਇਹ ਸਾਰੇ ਭਾਵ ਮੁੜ ਮੁੜ ਵਰਣਨ ਹੋਏ ਹਨ। ਇਸ ਲਈ ਨਹੀਂ ਕਿ ਗੁਰੂ ਜੀ ਵਿਦਵਾਨਾਂ ਦੀ ਪੁਨਰਉਕਤੀ ਨੂੰ ਨਹੀਂ ਸਨ ਜਾਣਦੇ, ਪਰ ਇਸ ਲਈ ਕਿ ਪੁਸਤਕ ਰਚਨਹਾਰਾ ਵਾਂਗੂ ਇਹ ਰਚਨਾ ਇੱਕ ਥਾਂ ਬੈਠ ਕੇ ਨਹੀਂ ਕੀਤੀ ਗਈ। ਇਹ ਤਾਂ ਅੱਡ ਅੱਡ ਸਿੱਖਾਂ, ਜਗਿਆਸੂਆਂ ਤੇ ਅਧਿਕਾਰੀਆਂ ਨੂੰ ਸਮੇਂ ਸਮੇਂ ਸਿਰ ਜੋ ਉਪਦੇਸ਼ ਹੋਏ, ਜਾਂ ਪ੍ਰਸ਼ਨਾਂ ਦੇ ਉੱਤਰ ਦਿੱਤੇ, ਜਾਂ ਆਪਣੇ ਮਨ ਵਿੱਚ ਦੈਵੀ ਭਾਵ ਉਪਜੇ, ਜੋ ਵੀ ਵਾਹਿਗੁਰੂ ਜੀ ਵੱਲੋਂ ਹੁਕਮ ਆਇਆ, ਉਹ ਸ਼ਬਦਾਂ ਵਿੱਚ ਉਚਾਰੇ ਗਏ। ਜੋ ਕੁਝ ਵੀ ਗੁਰੂ ਸਾਹਿਬਾਨਾਂ ਦਾ ਗੁਰਬਾਣੀ ਦੇ ਰੂਪ ਵਿੱਚ ਹੈ, ਸਭ ਹੁਕਮ ਹੀ ਧੁਰੋਂ ਵੇਲੇ ਵੇਲੇ ਆਇਆ ਹੈ। ਕਿਉਂਕਿ ਸਦੀਵ ਜੋ ਸੁਰਤ ਸਾਈਂ ਨਾਲ ਜੁੜੀ ਰਹਿੰਦੀ ਸੀ, ਜੈਸਾ ਕਿ ਵਾਕ ਹੈ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਸੋਹੀ ਮਹੱਲਾ ਪੰਜਵਾ, ਗੁਣਵੰਤੀ। ਜਾਂ ਉਸ ਵੇਲੇ ਹੀ ਸ਼ਬਦ ਰੂਪ ਵਿੱਚ ਉਤੋਂ ਉਤਰੇ, ਜੋ ਉਸ ਸਮੇਂ ਗਾਵੇਂ, ਸੁਣੇ, ਸਮਝੇ ਜਾਣ ਤੋਂ ਛੁੱਟ ਲਿਖੇ ਵੀ ਗਏ, ਤਾਂ ਜੋ ਅੱਗੋਂ ਵੀ ਆਉਣ ਵਾਲੀਆਂ ਨਸਲਾਂ ਲਈ ਇਹਨਾਂ ਮਹਾਂ ਵਾਕਾਂ ਤੋਂ ਲਾਭ ਮਿਲਦਾ ਰਹੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਨਾਟ ਮਹੱਲਾ ਚੌਥਾ। ਜੀਵਾਂ ਦੇ ਸੁਭਾਵ ਅੱਡ ਅੱਡ ਹਨ। ਉਹ ਗੱਲ ਕਿਸੇ ਨੂੰ ਕਿਸੇ ਤਰ੍ਹਾਂ ਦੱਸੀ ਸੁਖਦਾਈ ਹੁੰਦੀ ਹੈ ਤੇ ਕਿਸੇ ਨੂੰ ਕਿਸੇ ਤਰ੍ਹਾਂ। ਇਸੇ ਕਰਕੇ ਪੰਜਵੇਂ ਸਤਿਗੁਰਾਂ ਨੇ ਸਾਰੀ ਬਾਣੀ ਸੰਕਲਿਤ ਕੀਤੀ ਸੀ ਕਿ ਹਰ ਪ੍ਰਾਣੀ ਇਸ ਤੋਂ ਜਥਾ ਸੁਭਾਵ ਤੇ ਜਥਾ ਰੁਚੀ ਤੇ ਲੋੜ ਮੂਜਬ ਲਾਭ ਉਠਾ ਸਕੇ। ਇਹ ਗੀਤ ਹੈ, ਪਰਮ ਉੱਤਮ ਗੀਤ ਹੈ, ਪਰ ਇਹ ਬ੍ਰਹਮ ਵਿਚਾਰ ਹੈ। ਇਹ ਰੱਬੀ ਗਿਆਨ ਹੈ ਜੋ ਇਹਨਾਂ ਪੰਜਾਬੀ ਦੇ ਸਿੱਧੇ ਪੱਧਰੇ ਪਦਾਂ ਵਿੱਚ ਨਿਰੂਪਣ ਹੋਇਆ ਹੈ।
ਤਾਂ ਜੋ ਸਰਬ ਸਾਧਾਰਨ ਲਾਭ ਉਠਾ ਸਕੇ। ਲੋਗ ਜਾਣੈ ਇਹੋ ਗੀਤ ਹੈ, ਇਹੋ ਤਉ ਬ੍ਰਹਮ ਵਿਚਾਰ। ਗੌੜੀ ਕਬੀਰ। ਹੈਰਾਨ ਹੋ ਜਾਈਦਾ ਹੈ ਦੇਖ ਦੇਖ ਕੇ ਕਿ ਇੱਕ ਇੱਕ ਸ਼ਬਦ ਵਿੱਚ ਪੂਰਨ ਗਿਆਨ ਜੋ ਗੁਰੂ ਜੀ ਦਾਨ ਕਰ ਰਹੇ ਹਨ ਨਿਰੂਪਣ ਹੋ ਰਿਹਾ ਹੈ। ਪਰ ਕਿਸੇ ਨੂੰ ਕਿਸੇ ਦਿਨ ਕਿਸੇ ਸ਼ਬਦ ਤੋਂ ਕਿਸੇ ਵਾਕ ਤੋਂ ਆਤਮ ਰੁਚੀ ਉਪਜਦੀ ਜਾਂ ਰਹਿਨੁਮਾਈ ਮਿਲਦੀ ਹੈ। ਇੱਕੋ ਜਗਿਆਸੂ ਨੂੰ ਕਿਸੇ ਵੇਲੇ ਕਿਸੇ ਸ਼ਬਦ ਨਾਲ ਰਸਾਵੇਸ਼ ਹੁੰਦਾ ਹੈ ਤੇ ਕਿਸੇ ਵੇਲੇ ਕਿਸੇ ਤੋਂ। ਇਸ ਕਰਕੇ ਗੁਰਬਾਣੀ ਵਿੱਚ ਪੁਨਰ ਉਕਤੀ ਨਹੀਂ ਸਮਝਣੀ ਚਾਹੀਏ। ਇਹ ਕਮਾਲ ਹੈ। ਇਸ ਇਤਨੀ ਬਹੁਲਤਾ ਵਿੱਚ ਤੇ ਅਨੇਕ ਰੰਗਾਂ ਵਿੱਚ ਉਪਦੇਸ਼ ਦੇਣ ਦਾ ਤੇ ਹਰ ਸਮੇਂ ਹਰ ਜੀਵ ਲਈ ਬ੍ਰਹਮ ਭੋਜਨ ਤਿਆਰ ਰੱਖਣ ਦਾ ਇਹ ਰੂਹਾਨੀ ਰਚਨਾ ਦਾ ਕਮਾਲ ਹੈ। ਵਾਕ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਰਾਮਕਲੀ ਦੱਖਣੀ ਓੰਕਾਰ। ਬਾਣੀ ਉਚਰਹਿ ਸਾਧ ਜਨ, ਅਮਿਓ ਚੱਲਹਿ ਝਰਨੇ। ਗੌੜੀ ਵਾਰ ਮਹੱਲਾ ਪੰਜਵਾ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨ ਹੋਇ। ਭਗਤੀ ਕਰਨੇ ਦੀ ਜਾਚ। ਸ਼੍ਰੇਸ਼ਟ ਗੁਰੂ ਕਿਰਪਾ ਕਰੇ ਤਾਂ ਹਰ ਜੀਉ ਦੀ ਭਗਤੀ ਕੀਤੀ ਜਾ ਸਕਦੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਭਗਤੀ ਹੋ ਨਹੀਂ ਸਕਦੀ। ਆਪੈ ਆਪ ਮਿਲਾਏ ਬੂਝੈ, ਤਾ ਨਿਰਮਲ ਹੋਵੈ ਕੋਇ। ਭਗਤੀ ਦਾ ਚਾਹਵਾਨ ਜੀਵ ਜੇ ਕੋਈ ਆਪ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਵਿੱਚ ਮਿਲਾਵੇ ਤਾਂ ਉਸ ਨੂੰ ਭਗਤੀ ਦੀ ਸੋਝੀ ਪਵੇਗੀ। ਤਾਂ ਉਹ ਕੂੜ ਦੀ ਮੈਲ ਤੋਂ ਨਿਰਮਲ ਹੋਵੇਗਾ, ਕਿਉਂਕਿ ਹਰ ਜੀਉ ਸੱਚਾ ਸੱਚੀ ਬਾਣੀ, ਸ਼ਬਦ ਮਿਲਾਵਾ ਹੋਏ। ਹਰ ਜੀਉ ਆਪ ਸੱਚਾ ਹੈ ਤੇ ਗੁਰੂ ਕੀ ਬਾਣੀ ਵੀ ਸੱਚੀ ਹੈ। ਉਸ ਦਾ ਦਿੱਤਾ ਸ਼ਬਦ ਭਾਵ ਨਾਮ ਵੀ ਸੱਚਾ ਹੈ। ਇਸ ਨਾਮ ਦੁਆਰਾ ਨਿਰਮਲ ਹੋ ਜਾ ਕੇ ਨਿਰਮਲ ਹਰ ਜੀਉ ਨਾਲ ਮੇਲ ਹੋ ਜਾਂਦਾ ਹੈ। ਭਾਈ ਰੇ ਭਗਤਹੀਨ ਕਾਹੇ ਜਗ ਆਇਆ। ਭਗਤੀਹੀਨ ਦਾ ਜਨਮ ਅਸਫਲ ਹੈ। ਹੇ ਭਾਈ, ਭਗਤੀ ਤੋਂ ਸਖਣਾ ਜਗਤ ਵਿੱਚ ਆਇਆ ਹੀ ਕਿਉਂ ਸੀ? ਉਸ ਨੇ ਤਾਂ ਮਨੁੱਖਾ ਜਨਮ ਐਵੇਂ ਹੀ ਗਵਾ ਲਿਆ ਹੈ। ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮ ਗਵਾਇਆ ਰਹਾਉ। ਕਿਉਂਕਿ ਉਸ ਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ। ਸੇਵਾ ਬਿਨ ਪ੍ਰਾਪਤੀ ਨਾ ਹੋਈ, ਪ੍ਰਾਪਤੀ ਬਿਨ ਜਨਮ ਅਸਫਲ। ਰਹਾਉ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਬ੍ਰਹਮ ਦ੍ਰਿਸ਼ਟੀ ਤਰਸਾਂ ਵਾਲੀ। ਪਰ ਜੇ ਲੰਮੀ ਨਦਰ ਨਿਹਾਲੀਏ ਤਾਂ ਜਗਤ ਨੂੰ ਆਤਮ ਜੀਵਨ ਦਾ ਦਾਤਾ ਹਰ ਆਪ ਹੀ ਹੈ। ਉਹ ਆਪ ਹੀ ਆਪਣੀ ਬਖਸ਼ਿਸ਼ ਹਰ ਆਪ ਹੀ ਹੈ। ਉਸ ਦੁਆਰਾ ਹੀ ਗੁਰੂ ਨੂੰ ਮਿਲਾ ਦਿੰਦਾ ਹੈ। ਜੀ ਜੰਤ ਏ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਇਹ ਜੀਵ ਜੰਤੂ ਵਿਚਾਰੇ ਕੀ ਹਨ? ਭਾਵ ਕੁਛ ਕਰਨ ਜੋਗੇ ਨਹੀਂ ਹਨ। ਕੋਈ ਇਹਨਾਂ ਦੀ ਵਿਚਾਰਗੀ ਤੇ ਹਰ ਜੀਉ ਦੀ ਦਾਤਾਰਗੀ ਦਾ ਵੇਰਵਾ ਕੀ ਕਹਿ ਕੇ ਦੱਸੇ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵਕ ਰਾਏ। ਕਿਉਂਕਿ ਹਰ ਜੀਉ ਆਪ ਹੀ ਗੁਰਾਂ ਦੁਆਰਾ ਨਾਮ ਦੀ ਵਡਿਆਈ ਦਿੰਦਾ ਹੈ ਤੇ ਆਪ ਹੀ ਗੁਰੂ ਦੀ ਸੇਵਾ ਕਰਾਉਂਦਾ ਹੈ। ਦੇਖ ਕੁਟੰਬ ਮੋਹੇ ਲੋਭਾਣਾ, ਚਲਦਿਆਂ ਨਾਲ ਨਾ ਜਾਈ।
ਭਗਤਹੀਣ ਕਿਵੇਂ ਭੁੱਲਾਂ ਕਰਦਾ ਹੈ? ਉੱਤਰ, ਕੁਟੰਬ ਨੂੰ ਦੇਖ ਕੇ ਉਹ ਉਹਨਾਂ ਦੇ ਮੋਹ ਵਿੱਚ ਲੁਭਾਏਮਨ ਹੋ ਜਾਂਦਾ ਹੈ, ਪਰ ਇਹ ਨਹੀਂ ਸਮਝਦਾ ਕਿ ਇਹ ਕੁਟੰਬ ਮੇਰੇ ਨਾਲ ਚੱਲਣ ਵਾਲਾ ਨਹੀਂ ਹੈ, ਮੇਰੇ ਚੱਲਣ ਵੇਲੇ ਨਾਲ ਨਹੀਂ ਜਾਏਗਾ। ਭਗਤੀ ਵਾਲਾ ਸਮਝਦਾ ਹੈ ਕਿ ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮ ਨਾ ਪਾਈ। ਕਿ ਸਤਿਗੁਰਾਂ ਦੀ ਸੇਵਾ ਕਰਕੇ ਗੁਣਾਂ ਦਾ ਸਾਗਰ ਹਰਿ ਜੀਉ ਪਾਇਆ ਜਾਂਦਾ ਹੈ, ਪਰ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਪ੍ਰਭ ਸਖਾ ਹਰਿ ਜੀਉ ਮੇਰਾ, ਅੰਤੇ ਹੋਏ ਸਖਾਈ। ਉਸ ਨੇ ਸਮਝ ਲਿਆ ਕਿ ਹਰਿ ਜੀਉ ਮੇਰਾ ਮਾਲਕ ਹੈ, ਮੇਰਾ ਮਿੱਤਰ ਹੈ, ਅੰਤ ਵੇਲੇ ਮੇਰਾ ਸਹਾਈ ਹੋਵੇਗਾ। ਪਈੜੈ ਜਗ ਜੀਵਨ ਦਾਤਾ, ਮਨ ਮੁਖ ਪਤ ਗਵਾਈ। ਇਹ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਪਈੜੇ ਭਾਵ ਇਸ ਸੰਸਾਰ ਵਿੱਚ ਹੀ ਪ੍ਰਾਪਤ ਹੋ ਸਕਦਾ ਸੀ। ਇਹ ਗੱਲ ਨਾ ਜਾਣ ਕੇ ਮਨਮੁਖ ਨੇ ਦਰਗਾਹ ਦੀ ਪੱਤ ਗਵਾ ਲਈ ਹੈ, ਕਿਉਂਕਿ ਬਿਨ ਸਤਿਗੁਰ ਕੋ ਮਗ ਨਾ ਜਾਣੈ, ਅੰਧੇ ਠੌਰ ਨਾ ਕਾਈ। ਭਗਤੀ ਨਾਲ ਨਿਰਮਲ ਹੋਏ ਤੋਂ ਬਿਨਾ ਜੀਵ ਅੰਨਾ ਰਹਿੰਦਾ ਹੈ। ਅੰਨੇ ਨੂੰ ਨਿਜ ਦਾ ਟਿਕਾਣਾ ਕੋਈ ਨਹੀਂ ਲੱਝਦਾ, ਤੇ ਸਤਿਗੁਰੂ ਤੋਂ ਬਿਨਾ ਨਿਰਮਲ ਹੋਣ ਦਾ ਰਾਹ ਕੋਈ ਨਹੀਂ ਜਾਣਦਾ। ਇਸ ਲਈ ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਜਦ ਮਨਮੁਖ ਦੇ ਮਨ ਵਿੱਚ ਹਰ ਸੁਖ ਦਾਤਾ ਨਹੀਂ ਵਸਿਆ, ਉਹ ਅੰਤ ਨੂੰ ਪਛਤਾਉਂਦਾ ਤੁਰਦਾ ਹੈ। ਪਈੜੈ ਜਗ ਜੀਵਨ ਦਾਤਾ, ਗੁਰਮਤਿ ਮਨ ਵਸਾਇਆ। ਭਗਤ ਜਾਂ ਗੁਰਮੁਖ ਦੀ ਕਰਨੀ ਤੇ ਪ੍ਰਾਪਤੀ। ਗੁਰਮੁਖ ਕਿਵੇਂ ਬਣਦਾ ਹੈ? ਉੱਤਰ, ਗੁਰਮੁਖ ਸੰਸਾਰ ਵਿੱਚ ਹੁੰਦਿਆਂ ਗੁਰੂ ਦੀ ਮੱਤ ਦੁਆਰਾ ਜਗਤ ਦੇ ਜੀਵਨ ਦਾਤੇ ਨੂੰ ਮਨ ਵਿੱਚ ਵਸਾ ਲੈਂਦਾ ਹੈ। ਅਨ ਦਿਨ ਭਗਤ ਕਰਹਿ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਦਿਨੇ ਰਾਤ ਲਗਾਤਾਰ ਹਰੀ ਦੀ ਭਗਤੀ ਕਰਦਾ ਹੈ। ਇਸ ਕਰਕੇ ਉਸ ਦੀ ਹਉਮੈ ਤੇ ਹਉਮੈ ਤੋਂ ਲੱਗਾ ਜਗਤ ਦਾ ਮੋਹ ਨਿਵਰਤ ਹੋ ਜਾਂਦਾ ਹੈ। ਜਿਸ ਸਿਉ ਰਾਤਾ ਤੈ ਸੋ ਹੋਵੈ, ਸੱਚੇ ਸੱਚ ਸਮਾਇਆ। ਉਹ ਸਤ ਸਰੂਪ ਹਰਿ ਜੀਉ ਵਿੱਚ ਸੱਚ ਦੁਆਰਾ ਸਮਾ ਜਾਂਦਾ ਹੈ, ਕਿਉਂਕਿ ਇਹ ਨਿਯਮ ਹੈ ਕਿ ਜੋ ਕੋਈ ਜਿਸ ਨਾਲ ਰਚੇਗਾ ਉਸ ਵਰਗਾ ਹੀ ਹੋ ਜਾਏਗਾ। ਆਪੇ ਨਦਰ ਕਰੇ ਭਾਉ ਲਾਏ, ਗੁਰ ਸਬਦੀ ਵਿਚਾਰ। ਪਰ ਇਸ ਵਿੱਚ ਕੋਈ ਹਉਮੈ ਸਹਾਈ ਨਹੀਂ ਹੁੰਦੀ, ਸਗੋਂ ਇਹ ਭਰੋਸਾ ਸਹਾਈ ਹੁੰਦਾ ਹੈ ਕਿ ਹਰ ਆਪੇ ਮਿਹਰ ਦ੍ਰਿਸ਼ਟੀ ਕਰਦਾ ਹੈ ਤੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਪ੍ਰੇਮ ਲਵਾ ਦਿੰਦਾ ਹੈ। ਸਤਿਗੁਰ ਸੇਵਿਐ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ। ਹਾਂ, ਸਤਿਗੁਰੂ ਦੀ ਸੇਵਾ ਕੀਤਿਆਂ ਗਿਆਨ ਉਪਜਦਾ ਹੈ, ਹਉਮੈ ਤੇ ਹਉਮੈ ਤੋਂ ਉਪਜੀ ਤ੍ਰਿਸ਼ਨਾ ਮਾਰ ਹੋ ਜਾਂਦੀ ਹੈ। ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰਖਿਆ ਉਰ ਧਾਰ। ਗੁਣਾਂ ਦਾ ਦਾਤਾ ਹਰੀ ਮਨ ਵਿੱਚ ਸਦਾ ਵਸ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸੱਚ ਹਿਰਦੇ ਵਿੱਚ ਧਾਰਨ ਕਰੀ ਰੱਖਿਆ ਹੁੰਦਾ ਹੈ। ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਹਉਮੈ ਦੀ ਮੈਲ ਮਨ ਨਿਰਮਲ ਨਹੀਂ ਹੋਣ ਦੇਂਦੀ, ਪਰ ਪ੍ਰਭੂ ਮੇਰਾ ਸਦਾ ਨਿਰਮਲ ਹੈ, ਉਹ ਨਿਰਮਲ ਮਨ ਨਾਲ ਪ੍ਰਾਪਤ ਹੁੰਦਾ ਹੈ। ਹਉ ਦੀ ਮੈਲ ਨਾਮ ਕੱਟਦਾ ਹੈ, ਇਸ ਲਈ ਨਾਮ ਨਿਧਾਨ ਹਰ ਮਨ ਵਸੈ, ਹਉਮੈ ਦੁਖ ਸਭ ਜਾਏ। ਹਰ ਨਾਮ ਰੂਪੀ ਨਿਧਾਨ ਹਿਰਦੇ ਵਿੱਚ ਵਸ ਜਾਏ ਤਾਂ
ਹਉਮੈ ਤੇ ਉਸ ਤੋਂ ਉਪਜੇ ਦੁੱਖ ਸਭ ਚਲੇ ਜਾਂਦੇ ਹਨ। ਸਤਿਗੁਰ ਸ਼ਬਦ ਸੁਣਾਇਆ, ਹਉ ਸਦ ਬਲਿਹਾਰੈ ਜਾਉ। ਇਸ ਲਈ ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਜਾਂਦਾ ਹਾਂ ਕਿ ਜਿਸ ਨੇ ਮੈਨੂੰ ਸ਼ਬਦ ਸੁਣਾਇਆ, ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ। ਭਲਾ ਜੇ ਕੋਈ ਸ਼ਾਸਤਰ ਪੜ੍ਹ ਕੇ ਜਾਂ ਕਥਾ ਵਾਰਤਾ ਸੁਣ ਕੇ ਆਪਣੇ ਚਿੱਤ ਵਿੱਚ ਸੋਚੇ ਤੇ ਮਨ ਵਿੱਚ ਆਖੇ ਤੇ ਚੇਲਿਆਂ ਤੋਂ ਵੀ ਲੋਕਾਂ ਨੂੰ ਕਹਾਏ ਤਾਂ ਕੁਛ ਨਹੀਂ ਬਣਦਾ, ਕਿਉਂਕਿ ਹਰ ਜੀਉ ਭਗਤ ਵਸ਼ਲ ਸੁਖ ਦਾਤਾ, ਕਰ ਕਿਰਪਾ ਮਨ ਵਸਾਈ। ਗੁਰੂ ਦੀ ਕਿਰਪਾ ਤੋਂ ਬਿਨਾ ਆਪਾ ਭਾਵ ਹਉਮੈ ਦੂਰ ਨਹੀਂ ਹੁੰਦੀ। ਹਰ ਜੀਉ ਭਗਤ ਵਸ਼ਲ ਹੈ, ਸੁੱਖਾਂ ਦਾ ਦਾਤਾ ਹੈ, ਉਹ ਕਿਰਪਾ ਕਰਕੇ ਮਨ ਵਿੱਚ ਆ ਵਸਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਹੇ ਨਾਨਕ, ਸੁਰਤ ਵਿੱਚ ਨਾਮ ਨਿਵਾਸ ਦੀ ਸ਼ੋਭਾ ਪ੍ਰਭੂ ਆਪੇ ਦਿੰਦਾ ਹੈ ਤੇ ਆਪ ਹੀ ਲੋਕ ਪਰਲੋਕ ਦੀ ਵਡਿਆਈ ਬਖਸ਼ਦਾ ਹੈ, ਪਰ ਗੁਰੂ ਦੁਆਰਾ। ਇਹੋ ਮੰਤਵ ਅਗਲੇ ਸ਼ਬਦ ਵਿੱਚ ਤੁਰਦਾ ਚੱਲਦਾ ਹੈ। ਵਿਆਖਿਆ ਨਿਰੁਕਤ ਸੁਗਮ ਹੈ।